अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਔਰ ਅੱਜ ਦਾ ਪ੍ਰੋਗਰਾਮ ਅਸੀਂ ਬਲੈਕ ਫਾਰੈਸਟ ਸ਼ਵਾਰਸਵਾਲਡ ਯਾਨੀ ਕਾਲਾ ਜੰਗਲ ਉੱਥੋਂ ਕਰ ਰਹੇ ਹਾਂ। ਜਰਮਨੀ ਦਾ ਉਹ ਇਲਾਕਾ ਜਿਹੜਾ ਇੰਤਹਾਈ ਸਰਸਬਜ਼ ਸ਼ਾਦਾਬ ਔਰ ਗਹਿਰੇ ਜੰਗਲਾਤ ਦੇ ਉੱਤੇ ਮੁਸ਼ਤਮਿਲ ਹੈ। ਅਸੀਂ ਆਲ ਦਾ ਵੇ ਚੜ੍ਹ ਕੇ ਉਹ ਪੂਰਾ ਏਰੀਆ ਅਸੀਂ ਉੱਤੇ ਆਏ ਹਾਂ ਔਰ ਆਬਾਦੀ ਥੱਲੇ ਰਹਿ ਗਈ ਹੈ ਤੇ ਇੱਥੇ ਆ ਕੇ ਤੇ ਅਸਾਂ ਅੱਜ ਤੁਹਾਡੇ ਵਾਸਤੇ ਸੈੱਟ ਲਗਾਇਆ ਪ੍ਰੋਗਰਾਮ ਦਾ ਔਰ ਤੁਹਾਡੇ ਨਾਲ ਗੁਫ਼ਤਗੂ ਕਰਾਂਗੇ ਵੀ ਔਰ ਜਿਹੜੇ ਇੱਥੇ ਸਾਡੇ ਨਾਲ ਅਵੇਲੇਬਲ ਦੋਸਤ ਨੇ ਉਹਨਾਂ ਦੀ ਗੁਫ਼ਤਗੂ ਕਰਵਾਵਾਂਗੇ ਵੀ ਤੁਹਾਡੇ ਨਾਲ ਇਨਸ਼ਾਅੱਲਾ। ਔਰ ਇਬਤਦਾ ਕਰਨ ਤੋਂ ਪਹਿਲੇ ਮੈਂ ਇੱਕ ਚੰਦ ਸ਼ਾਰਟਸ ਤੁਹਾਨੂੰ ਉਸ सीनरी ਦੇ ਜਿਹੜੇ हर पासों मतलब कि सरापे पे जिस जा नज़र कीजिए जिधर वेखो जंगल ही जंगल और इंतहाई गहराई दे विच भी इंतहाई डेंस फॉरेस्ट जिन्हों कहते हैं ना तो और एक तह तो बाद दूसरी शुरू हो जाती है। किस तरह इन्होंने अपने जंगल नूं संभालिया भी है, प्रिजर्व भी किया ये और इस थीम के नाल मिलती जुलदियां गल्लां मजीद करने असीं अपनी सैटिंग कर ली है तो इत्थों ही फिर गल अगे चलावांगे। अस्सलाम वालेकुम। प्रोग्राम ਹੁੰਗਾਰਾ ਦੇ ਵਿੱਚ ਅਸੀਂ ਤੁਹਾਨੂੰ ਪਹਿਲੇ सीनरी ਵਿਖਾ ਰਹੇ ਸਾਂ ਤੇ ਅੱਜ ਇੱਕ ਸਵਾਲ ਬਹੁਤ ਸਾਰੇ ਦੋਸਤ ਕਰਦੇ ਨੇ ਕਿ ਉੱਥੇ ਜੀ ਜਰਮਨੀ ਦੇ ਵਿੱਚ ਲਾਕਡਾਊਨ ਦੀ ਕੀ ਸਿਚੁਏਸ਼ਨ ਹੈ ਔਰ ਜੇ ਜਿੰਨੇ ਦੋਸਤ ਮੇਰੇ ਕੋਲ ਪੁੱਛਦੇ ਨੇ ਤਾਂ ਮੈਂ ਉਹਨਾਂ ਨੂੰ ਅੱਗੋਂ ਇਹ ਦੱਸਣਾ ਕਿ ਲਾਕਡਾਊਨ ਹੈ, ਕੋਈ ਸ਼ੱਕ ਨਹੀਂ, ਲੇਕਿਨ ਸਾਡੇ ਕੋਲ ਜਿਹੜਾ ਲਾਕਡਾਊਨ ਨੇ ਉਹ ਸੈਂਸਿਬਲ ਲਾਕਡਾਊਨ ਨੇ। ਉਹਦੇ ਵਿੱਚ ਇੱਕ ਸੈਂਸ ਪਾਈ ਜਾਂਦੀ ਹੈ, ਉਹ ਇਨਸਾਨਾਂ ਨੂੰ ਔਖਿਆਂ ਕਰਨ ਵਾਲਾ ਨਹੀਂ ਬਲਕਿ ਫੈਸਿਲੀਟੇਟ ਕਰਦੇ ਨੇ। ਜਿੱਥੇ ਮੌਕਾ ਵੇਖਣਾ ਉੱਥੇ ਸਹੂਲਤ ਵੀ ਦੇਣੀ ਹੈ। ਉਹਦੀ ਇੱਕ ਮਿਸਾਲ ਯਾਨੀ ਲਾਕਡਾਊਨ ਦੀ ਇਹ ਵੇ ਕਿ ਅਸੀਂ ਅੱਜ ਸਫ਼ਰ ਕਰਕੇ ਸ਼ਵਾਰਸਵਾਲਡ ਦਾ ਏਰੀਆ ਯਾਨੀ ਬਲੈਕ ਫਾਰੈਸਟ ਏਰੀਆ ਇੱਥੇ ਆਏ ਹਾਂ ਤੇ ਆਮ ਦਿਨਾਂ 'ਚ ਇਹ ਟੂਰਿਸਟ ਅਟਰੈਕਸ਼ਨ ਨੇ। ਦੁਨੀਆ ਭਰ ਦਾ ਟੂਰਿਸਟ ਜਿਹੜਾ ਜਰਮਨੀ ਆਉਂਦਾ ਉਹਨੇ ਇੱਥੇ ਜ਼ਰੂਰ ਆਉਣਾ। ਇਹ ਸਮਝੋ ਕਿ ਤੁਸੀਂ ਪਾਕਿਸਤਾਨ ਦੇ ਮਰੀ ਦੇ ਵਿੱਚ ਫਿਰ ਰਹੇ ਹੋ ਜਾਂ ਖੈਰਾ ਗਲੀ ਜਾਂ ਨਥੀਆ ਗਲੀ ਜਾਂ ਇਹਨਾਂ ਇਲਾਕਿਆਂ 'ਚੋਂ। ਇਹ ਸਮਝੋ ਕਿ ਅਸੀਂ ਉੱਥੇ ਆਏ ਹਾਂ, ਮਗਰ ਇੱਥੇ ਲਾਕਡਾਊਨ ਦੀ ਵਜ੍ਹਾ ਤੋਂ ਇਦਾਰੇ ਬੰਦ ਸਨ। ਇਹ ਜਿਹੜੀ ਕਾਫੀ ਸ਼ਾਪ ਸਾਡੇ ਜ਼ੇਨ ਵਿੱਚ ਸੀ, ਜਿਹੜੀ ਬਾਲਕੋਨੀ 'ਤੇ ਅਸਾਂ ਬਹਿਣਾ ਸੀ, ਉਹ ਵੈਸੇ ਕਲੋਜ਼ਡ ਸਨ। ਲੇਕਿਨ ਉਹਨਾਂ ਦਾ ਜਿਹੜਾ ਇੱਕ ਅਟੈਂਡੈਂਟ ਇੱਥੇ ਮੌਜੂਦ ਸੀ ਉਹਨੂੰ ਅਸਾਂ ਦੱਸਿਆ ਕਿ ਅਸੀਂ ਆਏ। ਉਹਨੇ ਕਿਹਾ ਕੋਈ ਗੱਲ ਨਹੀਂ, ਇਹਦੇ ਨਾਲ ਕਿਸੇ ਦਾ ਕੋਈ ਫ਼ਰਕ ਨਹੀਂ ਪੈਂਦਾ, ਲਿਹਾਜ਼ਾ ਮੈਂ ਤੁਸੀਂ ਇੰਤਜ਼ਾਰ ਕਰੋ, ਮੈਂ ਤੁਹਾਡੇ ਵਾਸਤੇ ਖੋਲ੍ਹਣਾ। ਜਦੋਂ ਉਹ ਸਾਡੇ ਵਾਸਤੇ ਚਾਬੀ ਲੈਣ ਗਏ ਤਾਂ ਮੈਨੂੰ ਯਾਦ ਆਇਆ ਕਿ ਸਾਡੇ ਪ੍ਰੋਗਰਾਮ ਦੇ ਪਿੱਛੇ ਜਿਹੜਾ ਇੱਕ ਦੁਆਵਾਂ ਦੀ ਸਪੋਰਟ ਹੁੰਦੀ ਹੈ ਔਰ ਉਹ ਇੱਕ ਨਹੀਂ, ਮਤਲਬ ਹੈ ਕਿ ਆਮ ਤਬਕੇ ਤੋਂ ਉੱਠਦਿਆਂ ਹੋਇਆਂ ਦੁਆਵਾਂ ਦੇ ਆਲਾ ਤਰੀਨ ਦਰਜੇ ਤੱਕ ਦੁਆ ਦੀ ਸਪੋਰਟ ਪਹੁੰਚਦੀ ਹੈ ਇਸ ਵਕਤ, ਤੇ ਉਹ ਸਾਨੂੰ ਯਾਦ ਆ ਰਿਹਾ ਸੀ। ਲਿਹਾਜ਼ਾ ਅਸੀਂ ਫਿਰ ਇਹ ਦੋਸਤ ਜਦੋਂ ਇਹਨਾਂ ਨੇ ਸਾਡੇ ਵਾਸਤੇ ਕਾਫੀ ਔਰ ਇੰਤਜ਼ਾਮ ਕੀਤਾ ਤਾਂ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡਾ ਪ੍ਰੋਗਰਾਮ ਤਾਂ ਅਗਰਚੇ ਪੰਜਾਬੀ 'ਚ ਹੋਏਗਾ ਲੇਕਿਨ ਬਿਕੋਜ਼ ਹੀ ਕੈਨ ਸਪੀਕ ਇੰਗਲਿਸ਼ ਸੋ ਆਈ ਵੁੱਡ ਟੇਕ 4-5 minutes with me and then I can translate for my audience. Sounds good. Welcome to the program ਹੁੰਗਾਰਾ. This is a Punjabi program. This is a local language of Pakistan and India, and like there are millions of people who speak this language, not in Pakistan but all over the world. Okay. So your good name first of all? My name is Tilman Bletzinger and I run the restaurant Sommerberg Hotel here in Bad Wildbad in the Black Forest. You know that Stillman is a very famous cream in Pakistan. When I was a child, that was a very good Werbung on TV. Is it a cream for shaving or for eating? No, it was just to face cream. Face cream like sun block cream. Please use sunscreens, very important. Yeah. Okay. Yeah. So I was introducing you to my people that the lockdown is there, no doubt, but the people are cooperative. So manchmal the people asked me that how is the situation of lockdown in Germany. I said lockdown is there, but because we don't feel it so hard on us because people are generally cooperative. What do you say? What's your experience? Okay, our experience is very, very direct, straightforward. We had a severe lockdown for 2.5 months, starting in March 18th. Yeah. Everything was closed down, all the stores, all the restaurants, everything was closed down. And we were allowed to reopen our restaurants in June 18th. Yeah. So it was almost 3 months complete lockdown. Everything was locked down. Now we are in a kind of like open situation, which means that everybody has to wear face masks. Yeah. That's what we usually do. Yeah. Especially in the restaurants. For all the staff working, we have to wear it. And if you want to enter a store in Germany, no face mask, no enter. Yep. Means for stores, for gas stations, pharmacies, wherever you go, you always have to wear a face mask.
And there is a personal question also. Okay. And how come you speak so fluent English? Because in Germany, normally the English is not so common. Oh, I did spend some time in the United States. So Never been to that's why. Pakistan though. Maybe I want to go and visit there one day. Yeah, you have listened and you have seen. I don't know. Let me see. You are most welcome. We are actually today's program's theme is also like this, that this is the people who finally make their country to grow. Okay. And these are the people who grow the forest and who grow the trees. Kind of like here? Yeah, like this. Okay. I mean, if there are people and there is a security for people and there is a ownership in the hearts of the people, then they can grow anything, they can do anything in their piece of land. Okay. But when there is no sense of security, then who would grow the forest? What happens there? Do they grow the forest or do they not grow, or what's the deal? Actually, we are blessed with the 4 seasons and all Kinda like size of. We have the landscape like this Okay. also. We have minus 10-degree temperature, and we have 43 or 45-degree temperature In the also. summer. In different seasons, like in summer and in the winter. Yeah. Do you have rain? Yeah. Yes. Plenty of rain? Plenty of rains. And snow in the winter? Yeah. Snow in the winter also. Perfect for trees. Exactly. So we are now. By the way, our Prime Minister has launched a project that we would grow billions of trees, but he unluckily he got busy in some settling different other errands and scores and problems. So the people are not going to do like that. But my point is that when you create a certain sort of sense of ownership in the people Yes. and public, then they know that this is our land, this is our place, we have to live, we have to grow, we have to cultivate. So that's the thing. Okay, in Germany it's kind of split. Part of the forests belong to the state, Yeah. and part of the forest is private owned. Okay. So and you can sell the wood, Yeah. which is return. Okay. Return on investment. So you grow trees, you sell the wood either for firewood or for building construction wood, Yeah. depending whatever you like. This is the biggest industry if people do it sensibly. This is the Around biggest here- industry in the around around the here is world. a big Yes, business, yes, big yes, business. yes. It starts with the paper industry. Yeah. Paper industry takes the cheapest wood. Okay. Then we have the building industry, construction wood for building houses, building factories, building stores. Yeah. And then we have the firewood area for people actually heating their homes with wood. Yeah, partial heating. that is dependent on this. Yeah. Around here, it does get cold in the winter. Heating with wood is still a big issue. Okay, okay. I'm very grateful for you for your providing me the special facility today to conduct this program, and many thanks for these cups of coffees which we have in after 10 minutes. Let me complete the remaining time of my program in the local language, and then you may be a listener, but now I'm switching over to the That's okay. Punjabi language. Enjoy. Nice to meet you. Yeah, yeah. Thank you. So nice Have of fun you. and come to visit Germany one day if you got time. Yeah, and same, we are showing the places and we are talking about the things, about the situations. And you know, the globalization is not something, a political phenomena. That is a phenomena which happens between the people to people. And once people feel globalized, and then the states feel globalized. Most important feature is peace for everybody. Peace for everybody. Everything else will settle some way or the other, but as long as you tend to ensure that people can make a decent living out of their daily work, then they will stay in Pakistan, they will stay in any country in the world. Only if they're afraid of starvation or if they're afraid of not having enough to eat or something like this, they start to move. So it's important to get the people in their regions to provide for themselves by the handwork they do every day. Peace and tolerance. Tolerance is tolerance, the, yeah, if there is not a tolerant society, one would not continue to maintain his ownership of that society. Absolutely. That is the point. Okay. Stay safe and always use your mask, you know. Thank you, so nice of you. Thank you, so nice of you. जनाब हम थोड़ी देर गल हुई और इन्हां नाल मिस्टर स्टिलमैन नाल और साडा इत्थे आउण तो पहलां भी जिन्ना एरिया असीं वेखदे आ रहे सां मैं अपने साथी कैमरामैन दोस्त उन्हां नूं कह रहा सां कि ਇਹ अगर ਅਸੀਂ 12 ਕਹੂ ਤੋਂ ਉੱਤੇ ਚੱਲ ਪਵੀਏ ਬਲਕਿ 12 ਕਹੂ ਕਿ ਰਵਾਤ ਜਾਂ ਜੇਲਮ ਤੋਂ ਵੀ ਟੁਰ ਪਵੀਏ ਤੇ ਸਾਡੇ ਕੋਲ ਮੌਸਮਾਂ ਦੀ ਇਸ ਤਰ੍ਹਾਂ ਦੀ ਬਹੁਤਾਤ ਹੈ ਲੇਕਿਨ ਜੰਗਲ ਉੱਥੇ ਵਧਣ ਦੀ ਬਜਾਏ ਘਟ ਰਹੇ ਨੇ ਦਰਖਤ ਜਿਹੜਾ ਉਹਦੀ ਸਰਵਾਈਵਲ ਆਪਣੀ ਜ਼ਾਤ ਦੇ ਅੰਦਰ ਐਟ ਸਟੇਕ ਹੈ ਯਾਨੀ ਉੱਥੇ ਰੁੱਖ ਨੂੰ ਵੀ ਪਰੇਸ਼ਾਨੀ ਹੈ ਕਿ ਮੈਂ ਮਤਲਬ ਕਿ ਉਹ ਤੁਹਾਨੂੰ ਛਾਂ ਦਿੰਦਾ ਧੁੱਪ ਆਪਣੇ ਤੇ ਲੈਂਦਾ ਲੇਕਿਨ ਇਸ ਵਕਤ
ਉਹਨੂੰ ਛਾਂ ਦੇਣ ਵਾਲਾ ਕੋਈ ਨਹੀਂ। ਰੁੱਖ ਨੂੰ ਸਪੋਰਟ ਕਰਨਾ ਬੰਦੇ ਨੇ ਬੇਸਿਕਲੀ, ਜਾਂ ਤਾਂ ਉਹਨੇ ਉਹ ਉਗਣਾ ਹੀ ਉਗਣਾ, ਲੇਕਿਨ ਉਸ ਦੇ ਇਲਾਵਾ ਜਿਹੜੀ ਉਹਦੇ ਨਾਲ ਪਿਆਰ ਮੁਹੱਬਤ ਔਰ ਉਹਨੂੰ ਸਾਂਭਣਾ, ਉਹਦੀ ਸਾਂਭ ਕਰਨੀ ਔਰ ਉਹਨੂੰ ਆਪਣੀ ਮੁਆਸ਼ਰੇ ਦਾ ਹਿੱਸਾ ਬਣਾਉਣਾ, ਔਰ ਇਹਦੇ ਤੋਂ ਬਗੈਰ ਤਸੱਵੁਰ ਨਾ ਕਰ ਸਕਣਾ। ਮੈਨੂੰ ਅਚਾਨਕ ਰਾਤੀ ਖਿਆਲ ਆ ਰਿਹਾ ਸੀ ਕਿ ਬੇਸ਼ੁਮਾਰ ਸ਼ਹਿਰ, ਬੇਸ਼ੁਮਾਰ ਕਲੋਨੀਆਂ, ਬੇਸ਼ੁਮਾਰ ਉੱਥੇ ਜਗ੍ਹਾ ਨੇ ਜਿੱਥੇ ਅਸੀਂ ਦੂਰ ਦੂਰ ਤੱਕ ਵੇਖੀਏ ਤੇ ਵਿਹੜਿਆਂ 'ਚ ਵੀ ਰੁੱਖ ਕੋਈ ਨਹੀਂ, ਤੇ ਜੇ ਵਿਹੜਿਆਂ 'ਚ ਵੀ ਰੁੱਖ ਕੋਈ ਨਹੀਂ ਤੇ ਇੰਜ ਦੇ ਰੁੱਖਾਂ ਦਾ ਤਾਂ ਉੱਥੇ ਤਸੱਵੁਰ ਹੀ ਕੋਈ ਨਹੀਂ। ਮਗਰ ਉੱਥੇ ਰੁੱਖਾਂ ਨੂੰ ਉਗਾਉਣ ਤੋਂ ਕਿਸੇ ਨਹੀਂ ਡੱਕਿਆ। ਉੱਥੇ ਰੁੱਖਾਂ ਨੂੰ ਉਗਣ ਵਾਸਤੇ ਮੌਸਮ ਵੱਲੋਂ ਕੋਈ ਰੁਕਾਵਟ ਨਹੀਂ। ਜੇ ਰੁਕਾਵਟ ਹੈ ਸੋਚ ਦੀ, ਹਾਲਾਤ ਦੀ, ਔਰ ਜਿਵੇਂ ਬੰਦਾ ਆਇਆ ਸੀ ਤੇ ਉਹ ਵੇਖੋ ਆਮ ਬੰਦੇ ਤੱਕ ਵੀ ਇਹ ਪਤਾ ਹੈ ਕਿ ਉਹਨਾਂ ਨੂੰ ਇਹ ਅੰਡਰਸਟੈਂਡਿੰਗ ਹੈ ਕਿ ਅਗਰ ਤੁਹਾਡੇ ਕੋਲ ਪੀਸ ਔਰ ਟੋਲਰੈਂਸ ਦੋ ਐਲੀਮੈਂਟ ਨਹੀਂ ਨੇ, ਇੱਕ ਅਮਨ ਨਹੀਂ ਹੈ ਤੁਹਾਡੇ ਕੋਲ, ਇੱਕ ਬਰਦਾਸ਼ਤ ਨਹੀਂ ਹੈ ਤੁਹਾਡੇ ਕੋਲ, ਤੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਨਾਰੇ ਜਿੰਨੇ ਮਰਜ਼ੀ ਮਾਰ ਲਓ, ਲਾਲਾ ਲਾਲਾ ਜਿतनी ਮਰਜ਼ੀ ਮਚਾ ਲਓ, ਲੇਕਿਨ ਇੱਕ ਲੌਂਗ ਟਰਮ ਤਰੱਕੀ, ਲੌਂਗ ਟਰਮ ਆਪਣੀ ਓਨਰਸ਼ਿਪ, ਲੋਕਾਂ ਦੇ ਦਿਲਾਂ 'ਚ ਇਹ ਅਹਿਸਾਸ ਹੋਣਾ ਕਿ ਇਹ ਸਾਡਾ ਘਰ ਹੈ, ਇਹਨੂੰ ਅਸਾਂ ਬਣਾਉਣਾ। ਇਹ ਅਸਾਂ ਇਹ ਡੇਰਿਆਂ ਦੇ ਵਿੱਚ ਵੀ ਮੈਂ ਵੇਖਿਆ ਕਿ ਕਈਆਂ ਬੰਦਿਆਂ ਕੋਲ ਜ਼ਮੀਨ ਢੇਰ ਸਾਰੀ ਹੁੰਦੀ, ਉਹ ਉੱਥੇ ਡੇਰਾ ਬਣਾਉਂਦੇ ਨੇ। ਜਿਸ ਵੇਲੇ ਕਦੀ ਉੱਧਰ ਜਾਈਏ ਉਜਾੜਾ ਪਿਆ ਹੁੰਦਾ, ਮਤਲਬ ਕੰਧਾਂ ਨੇ ਤੇ ਟੱਠੀਆਂ ਪਈਆਂ ਨੇ, ਇੱਕ ਅੱਧਾ ਕਿੱਕਰ ਹੁੰਦਾ ਉਹ ਵੀ ਛਾਂਗ ਛੜਿਆ ਹੁੰਦਾ ਉਹਨਾਂ ਨੇ। ਔਰ ਜੇ ਮਤਲਬ ਹੈ ਕਿ ਗੋਇਆ ਕੋਈ ਨਹੀਂ ਚੁੱਕਣਾ, ਉਸ ਦੇ ਬਾਅਦ ਜਾਨਵਰਾਂ ਦਾ ਵੀ ਹਾਲ ਕੋਈ ਨਹੀਂ, ਮੱਝਾਂ ਨੂੰ ਨਵਾਉਣ ਵਾਲੇ ਇੰਤਜ਼ਾਮ ਕੋਈ ਨਹੀਂ, ਪਾਣੀ ਨੇੜੇ ਤੇੜੇ ਰੱਖਣ ਦਾ ਇੰਤਜ਼ਾਮ ਕੋਈ ਨਹੀਂ। ਜੇ ਹੈ ਤੇ ਉਹ ਖਾਲੇ ਜਿਹੜੇ ਨੇ ਉਹ ਆਊਟ ਹੋਏ ਫਿਰਦੇ ਨੇ, ਉਹਨਾਂ ਦੇ ਆਪਣੇ ਵਾਸੀ 'ਚੋਂ ਬਾਹਰ ਹੋਏ ਫਿਰਦੇ ਨੇ। ਜਿੱਥੇ ਮੱਝ ਬੈਠੀ ਉਸ ਬੰਨਾ ਤਰੋੜ ਛੜਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਕੁਚੱਜ ਪੁਣੇ ਨੇ, ਮੁਆਸ਼ਰੇ ਦੇ ਕੁਚੱਜ ਪੁਣੇ ਨੇ, ਜਿਹੜੇ ਤੁਹਾਡੀ ਓਵਰਆਲ ਜਦੋਂ ਤੁਸੀਂ ਜਾ ਕੇ ਉੱਥੇ ਵੇਖੋ, ਬੰਦਿਆਂ ਨੂੰ ਆਉਂਦੇ ਨਾ ਕਿ ਆਪਣਾ ਧਾਈਆਂ ਵਾਲਾ ਪਿੰਡ ਜਿਹੜਾ ਉਹ ਪਰਾਲੀਆਂ ਤੋਂ ਪਛਾਣਿਆ ਜਾਂਦਾ ਕਿ ਜੇ ਉਹਨਾਂ ਦੇ ਕੋਲ ਮਤਲਬ ਪਰਾਲੀ ਚੰਗੀ ਹੈ ਤਾਂ ਮਤਲਬ ਉਹਨਾਂ ਦੇ ਕੋਲ ਉੱਥੇ ਚੰਗੀ ਫਸਲ ਹੈ, ਜਾਂ ਚੌਲ ਵੀ ਚੰਗਾ ਹੋਇਆ ਉਹਨਾਂ ਕੋਲ, ਘਰ ਵੀ ਸੌਖੇ ਨੇ। ਇਸੇ ਤਰ੍ਹਾਂ ਜਿਸ ਵੇਲੇ ਤੁਹਾਡੇ ਬੰਨੇ ਨੇ ਤੇ ਉਹ ਵੀ ਟੁੱਟੇ ਪਏ ਨੇ ਤੇ ਉਹਨਾਂ ਦਾ ਵੀ ਹਾਲ ਕੋਈ ਨਹੀਂ। ਦਰਖਤ ਦੇ ਤਾਂ ਉਹਨੂੰ ਉਂਝ ਹੀ ਮਤਲਬ ਦਰਖਤ, ਅੱਛਾ ਫਿਰ ਉੱਥੇ ਦਰਖਤ ਦੀ ਚੋਰੀ ਬੜੀ ਆਮ ਹੈ, ਦਰਖਤ ਨੂੰ ਵੱਢਣਾ, ਦਰਖਤ ਦਾ ਲਿਹਾਜ਼ ਕੋਈ ਨਾ ਕਰਨਾ। ਅੱਛਾ ਫਿਰ ਇਹਦੇ ਤੋਂ ਇੱਕ ਦੂਜੇ ਤੋਂ ਲੜਨ ਤੋਂ ਹੀ ਫੁਰਸਤ ਨਹੀਂ ਹੈ, ਉਹਨਾਂ ਨੇ ਬਣਾਉਣਾ ਕਦੋਂ ਹੈ? ਲਿਹਾਜ਼ਾ ਇਹ ਕੋਈ ਤੁਹਾਨੂੰ ਮਿਹਣੇ ਨਹੀਂ ਦਿੱਤੇ, ਇਹ ਤੁਹਾਨੂੰ ਲਿਆ ਕੇ ਵਿਖਾਇਆ ਕਿ ਇਹ ਵੀ ਬੰਦੇ ਹੀ ਨੇ। ਇੱਕ ਜ਼ਮਾਨੇ ਦੇ ਵਿੱਚ ਅੱਜ ਤੋਂ ਜਸਟ 80-90 ਸਾਲ ਪਹਿਲਾਂ ਇਹਨਾਂ ਦਾ ਕੋਈ ਹਾਲ ਨਹੀਂ ਸੀ ਹੁੰਦਾ। ਇਹ ਇੰਨੇ ਬੇਈਮਾਨ ਤੇ ਇੰਨੀਆਂ ਗਲਤ ਚੀਜ਼ਾਂ ਬਣਾਉਂਦੇ ਸਨ ਕਿ ਬਰਮਿੰਗਮ ਦੇ ਵਿੱਚ ਇੱਕ ਨੁਮਾਇਸ਼ ਲੱਗਦੀ ਸੀ, ਉਹਨਾਂ ਇਹਨਾਂ ਦੇ ਉੱਤੇ ਲਾਜ਼ਮੀ ਕਰਾਰ ਦੇ ਦਿੱਤਾ ਕਿ ਤੁਸੀਂ ਅਗਰ ਕੋਈ ਚੀਜ਼ ਸਾਡੇ ਕੋਲ ਭੇਜਣੀ ਹੈ ਤੇ ਮੇਡ ਇਨ ਜਰਮਨੀ ਕਰਕੇ ਉੱਤੇ ਲਿਖੋ। ਮੇਡ ਇਨ ਜਰਮਨੀ ਦਾ ਮਤਲਬ ਹੀ ਇਹ ਸੀ ਕਿ ਇਹ ਅਗਰ ਗਲਤ ਨਿਕਲੀ ਤੇ ਜਰਮਨੀ ਵਾਲੇ ਜ਼ਿੰਮੇਦਾਰ ਨੇ। ਉਦੋਂ ਇਹਨਾਂ ਨੂੰ ਸ਼ਰਮ ਆਈ ਔਰ ਇਹ ਸਾਰੇ ਰਲ ਕੇ ਇਕੱਠੇ ਹੋਏ। ਇਹਨਾਂ ਆਖਿਆ ਹੁਣ ਇਸ ਤੋਂ ਅੱਗੇ ਕਿਹੜੀ ਜ਼ਿਲਤ ਵੇਖਣੀ ਹੈ ਕਿ ਮੇਡ ਇਨ ਜਰਮਨੀ ਇੱਕ ਜਿਹੜਾ ਉਹ ਸਾਡੇ ਵਾਸਤੇ ਜ਼ਿਲਤ ਦਾ ਨਿਸ਼ਾਨ ਬਣ ਗਿਆ। ਉਸ ਦੇ ਬਾਅਦ ਫਿਰ ਇਹਨਾਂ ਦਾ ਚਰਚ, ਇਹਨਾਂ ਦੇ ਪੋਲੀਟੀਸ਼ੀਅਨ, ਇਹ ਸਾਰੇ ਇਕੱਠੇ ਹੋਏ ਔਰ ਅੱਜ ਇਹ ਵਕਤ ਹੈ ਕਿ ਮੇਡ ਇਨ ਜਰਮਨੀ ਦੁਨੀਆ ਦੇ ਵਿੱਚ ਗਰੰਟੀ ਹੈ ਕੁਆਲਿਟੀ ਦੀ, ਗਰੰਟੀ ਹੈ ਦਿਆਨਤਦਾਰੀ ਦੀ। ਔਰ ਜਿਹੜੀ ਸ਼ੈ ਵੇਖੋ, ਇਹ ਅਗਰ ਇਹਨਾਂ ਨੇ ਰੀਲਿੰਗ ਵੀ ਬਣਾਈ ਹੈ ਤੇ ਇਹ ਹੁਣ ਪਤਾ ਨਹੀਂ ਕਿੰਨੇ ਹਜ਼ਾਰ ਫੁੱਟ ਥੱਲੇ ਬੁਲੰਦੀ ਹੈ, ਲੇਕਿਨ ਇਹ ਇੰਜ ਨਹੀਂ ਹੈ ਕਿ ਮਤਲਬ ਮੈਂ ਹੱਥ ਲਾਣਾ ਤੇ ਜਾਂ ਢੋਹ ਲਾਣੀ ਹੈ ਤੇ ਪਿੱਛੇ ਸਿਰ ਪਰ ਨੇ ਜਾ ਪੈਣਾ। ਜੇ ਪੁੱਲ ਹੈ ਅੱਜ ਕੱਲ੍ਹ, ਬਲਕਿ ਮੈਂ ਇੱਕ ਐਸਾ ਪੁੱਲ ਸੀ ਉਹ ਸਾਰਾ ਪੱਥਰ ਨਾਲ ਹੀ ਬਣਿਆ ਸੀ। ਉਸ ਜ਼ਮਾਨੇ ਸੀਮੈਂਟ ਹੈ ਹੀ ਕੋਈ ਨਹੀਂ ਸੀ, ਉਹਨੂੰ ਆਉਂਦੇ ਸਨ ਸਟਾਈਨ ਬਰੁਕੇ, ਯਾਨੀ ਉਹ ਪੱਥਰ ਦਾ ਹੀ ਬਣਿਆ ਹੋਇਆ ਪੁੱਲ ਹੈ। ਉਹ ਪਤਾ ਨਹੀਂ ਸਦੀਆਂ ਹੀ ਉਹਨੂੰ ਹੋ ਗਈਆਂ। ਚੀਜ਼ਾਂ ਆਪਣੀਆਂ ਸੰਭੀਆਂ ਨੇ, ਇਹਨਾਂ ਨੇ ਆਪਣਾ ਮੁਲਕ ਸੰਭਾਲਿਆ। ਇਹ ਚੀਜ਼ਾਂ ਛੋਟੇ ਛੋਟੇ ਦਾਇਰੇ 'ਚ ਵੀ ਅਗਰ ਸ਼ੁਰੂ ਹੋ ਜਾਣ, ਲੇਕਿਨ ਉਹਦੇ ਵਾਸਤੇ ਰਿਆਸਤ ਨੂੰ, ਹੁਕੂਮਤ ਨੂੰ, ਲੀਡਰਸ਼ਿਪ ਨੂੰ ਔਰ ਉੱਥੋਂ ਦੀ ਮਜ਼ਹਬੀ ਇਕੱਠ ਮੁਲਾਇਤ ਨੂੰ ਇੱਕ ਵਾਰੀ ਬਹਿ ਕੇ ਸੋਚਣਾ ਪਏਗਾ ਕਿ ਇਹ ਮੇਡ ਇਨ ਪਾਕਿਸਤਾਨ ਹੁਣ ਕਿੱਥੋਂ ਤੱਕ ਗੱਲ ਪਹੁੰਚ ਗਈ। ਇੱਥੋਂ ਵਾਪਸ ਮੁੜੋ, ਰਸਤਾ ਵਾਪਸੀ ਦਾ ਇਖਤਿਆਰ ਕਰੋ, ਆਪਣੀ ਡਾਇਰੈਕਸ਼ਨ ਸਿੱਧੇ ਪਾਸੇ ਲੈ ਜਾਓ। ਵਰਨਾ ਠੀਕ ਹੈ, ਵੇਖ ਕੇ ਬੰਦੇ ਖੁਸ਼ ਹੋ ਜਾਂਦੇ ਨੇ। ਸਾਨੂੰ ਅਗਰ ਸਾਡੀ ਰੂਹ ਉੱਥੇ ਨਾ ਅਟਕੀ ਹੋਵੇ, ਸਾਡਾ ਉੱਥੇ ਸਟੇਕ ਨਾ ਸ਼ਾਮਿਲ ਹੋਵੇ, ਸਾਡੇ ਜ਼ਿਹਨ 'ਚ ਨਾ ਹੋਵੇ ਕਿ ਆ ਥਾਲ ਕਟੋਰਾ ਸਾਡਾ ਉੱਥੇ ਹੀ ਹੈ, ਤੇ ਤੁਸੀਂ ਖੁਦ ਸੋਚੋ ਕਿ ਇੱਥੇ ਸਾਰੇ ਕੁਝ ਦੇ ਹੁੰਦਿਆਂ ਸੁਣਦਿਆਂ ਸਾਰਾ ਦਿਨ ਦਿਲ ਔਰ ਦਿਮਾਗ ਉੱਥੇ ਕਿਉਂ ਅਟਕਿਆ ਰਹਿੰਦਾ। ਇੱਕ ਉਰਦੂ ਦਾ ਸ਼ੇਰ ਹੈ ਉਬੈਦੁੱਲਾ ਹਲੀਮ ਸਾਹਿਬ ਦਾ, ਅੱਧਿਆਂ ਨੂੰ ਸਮਝ ਆ ਜਾਏਗਾ, ਅੱਧਿਆਂ ਨੂੰ ਨਹੀਂ ਆਏਗਾ, कि उनकी खुशबू अब वतन की खाक से आने लगी, वो जो जिंदा में हैं जंजीरे वतन पहने हुए। अल्लाह ताला ऐ सारियां सरसब्ज़ो और शादाबियाँ जड़ियां ने साडे मुल्क नूं और साडे लोकां नूं भी नसीब करे। अस्सलाम वालेकुम।